16ਵੀਂ पौड़ी 13ਵੀਂ। ਗੁਰਮੁਖ ਪੰਥ ਅਗੰਮ ਹੈ, ਜਿਉ ਜਲ ਅੰਦਰ ਮੀਨ ਚਲੰਦਾ। ਗੁਰਮੁਖ ਖੋਜ ਅਲਖ ਹੈ, ਜਿਉ ਪੰਖੀ ਆਗਾਸ ਉਡੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪੰਥ ਅਗੰਮ ਹੈ, ਜਿਉ ਜਲ ਅੰਦਰ ਮੀਨ ਚਲੰਦਾ। ਭਾਈ ਗੁਰਦਾਸ ਜੀ, ਸਿੱਖੀ ਦਾ ਜੋ ਸੱਚਾ ਰਸਤਾ ਹੈ, ਜੋ ਰਸਤਾ ਸੱਚੇ ਦੀ ਪ੍ਰਾਪਤੀ ਵਾਲਾ ਹੈ, ਜੋ ਰਸਤੇ ਚੱਲਦਿਆਂ ਪਰਮਾਤਮਾ ਦੇ ਵਿੱਚ ਸਮਾਇਆ ਜਾਂਦਾ ਹੈ, ਭਾਈ ਗੁਰਦਾਸ ਜੀ ਆਪਾਂ ਨੂੰ ਇੱਥੇ ਇੱਕ ਜਿਹੜਾ ਹਨ ਇੱਕ ਐਸਾ ਪੁਆਇੰਟ ਆਪਾਂ ਨੂੰ ਸਮਝਾਉਂਦੇ ਹਨ ਕਿ ਇਹ ਇਨਸਾਨ ਜਿਹੜਾ ਹੈ ਇਹ ਪਰਮਾਤਮਾ ਤੋਂ ਜਿਹੜਾ ਹੈ ਕਿਵੇਂ ਵਿਛੜ ਜਾਂਦਾ ਹੈ ਤੇ ਇਸ ਦਾ ਮੇਲ ਕਿਸ ਤਰ੍ਹਾਂ ਹੁੰਦਾ ਹੈ, ਤੇ ਜੇ ਮੇਲ ਹੋਣਾ ਹੈ ਤਾਂ ਕੋਈ ਰਸਤਾ ਵੀ ਕੱਟਣਾ ਪਵੇਗਾ। ਸੋ ਉਹ ਰਸਤਾ ਕਿਹੜਾ ਹੈ ਜਿਹਦੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ? ਭਾਈ ਗੁਰਦਾਸ ਜੀ ਇੱਥੇ ਬੜਾ ਸੋਹਣਾ ਲਿਖਦੇ ਹਨ, ਗੁਰਮੁਖ ਪੰਥ ਅਗੰਮ ਹੈ। ਦੇਖੋ ਕਹਿੰਦੇ ਗੁਰਮੁਖ ਜਿਹੜੇ ਗੁਰੂ ਨੂੰ ਜਿਹੜੇ ਹਨ ਆਪਣਾ ਮੁਖੀ ਮੰਨਦੇ ਹਨ, ਜੋ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਆਪਣੀ ਮਨ ਮੱਤ ਨੂੰ ਖਤਮ ਕਰ ਦਿੰਦੇ ਨੇ। ਸੋ ਗੁਰਮੁਖ ਜਿਹੜੇ ਹਨ ਕਹਿੰਦੇ ਉਹ ਪੰਥ ਅਗੰਮ ਹੈ, ਉਹਨਾਂ ਦਾ ਰਸਤਾ ਜਿਹੜਾ ਅਗੰਮ ਹੈ, ਉਹਨਾਂ ਦਾ ਰਸਤਾ ਮਨ ਦੇ ਕਰਕੇ ਆਪਾਂ ਸਮਝ ਨਹੀਂ ਸਕਦੇ। ਦੇਖੋ ਸਭ ਤੋਂ ਵੱਡੀ ਗਲਤੀ ਆਪਾਂ ਕਿਦੋਂ ਕਰਦੇ ਹਾਂ? ਜਦੋਂ ਆਪਾਂ ਉਹਨਾਂ ਨੂੰ ਸਮਝਣਾ ਚਾਹੁੰਦੇ ਹਾਂ। ਕਹਿੰਦੇ ਹੁਣ ਉਹ ਗੁਰਮੁਖ ਦਾ ਪੰਥ ਤਾਂ ਅਗੰਮ ਹੈ, ਗਮਤਾ ਤੋਂ ਪਰੇ ਹੈ, ਮਨ ਦੀ ਸਮਝ ਤੋਂ ਪਰੇ ਹੈ, ਉਹਨੂੰ ਕੋਈ ਨਹੀਂ ਸਮਝ ਸਕਦਾ। ਕਿਵੇਂ ਨਹੀਂ ਸਮਝ ਸਕਦਾ ਜੀ? ਹੁਣ ਉੱਥੇ ਇੱਕ ਐਗਜ਼ਾਮਪਲ ਦੇ ਕੇ ਕਹਿੰਦੇ ਹਨ, ਜਿਉ ਜਲ ਅੰਦਰ ਮੀਨ ਚਲੰਦਾ। ਦੇਖੋ ਕਿੰਨਾ ਸੋਹਣਾ ਐਗਜ਼ਾਮਪਲ ਹੈ, ਆਪਾਂ ਕਿਤੇ ਸੋਚਿਆ ਵੀ ਨਹੀਂ ਹੋਊਗਾ। ਭਾਵੇਂ ਰੋਜ਼ ਆਪਾਂ ਐਕਿਊਰੀਅਮਸ ਦੇਖੇ ਹੋਣੇ ਨੇ ਜਿੱਥੇ ਮੱਛੀਆਂ ਰੱਖੀਆਂ ਜਾਂਦੀਆਂ ਘਰ ਦੇ ਵਿੱਚ, ਉਹ ਤਾਂ ਆਪਣੇ ਸਾਹਮਣੇ ਆ ਨਾ, ਮੱਛੀਆਂ ਤੁਰੀਆਂ ਫਿਰਦੀਆਂ ਐਕਿਊਰੀਅਮ ਦੇ ਵਿੱਚ। ਸੋ ਦੇਖੋ ਇੱਕ ਐਸਾ ਐਗਜ਼ਾਮਪਲ ਕਿਤੇ ਵੀ ਆਪਾਂ ਨਹੀਂ ਸੋਚਿਆ ਹੋਗਾ ਜਿਹੜਾ ਭਾਈ ਗੁਰਦਾਸ ਜੀ ਆਪਾਂ ਨੂੰ ਇੱਥੇ ਦੱਸ ਰਹੇ ਨੇ। ਕਹਿੰਦੇ ਜਿਉਂ ਜਲ ਅੰਦਰ ਮੀਨ ਚਲੰਦਾ। ਕਹਿੰਦੇ ਦੇਖੋ ਹੁਣ ਮੱਛੀ ਪਾਣੀ ਦੇ ਵਿੱਚ ਟਰੈਵਲ ਕਰਦੀ ਹੈ, ਪਾਣੀ ਦੇ ਵਿੱਚ ਤਰਦੀ ਹੈ, ਉਹ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਨੂੰ ਜਾਂਦੀ ਹੈ, ਤੇ ਜਦੋਂ ਉਹ ਤੁਰ ਕੇ ਚਲੀ ਜਾਂਦੀ ਹੈ ਨਾ, ਉਹ ਪਿੱਛੇ ਕੋਈ ਜਿਹੜਾ ਹਨ ਟਰੇਸ ਨਹੀਂ ਛੱਡਦੀ, ਟਰੈਕ ਨਹੀਂ ਛੱਡਦੀ। ਸੋ ਦੇਖੋ ਉਹ ਪਾਣੀ ਦੇ ਵਿੱਚ ਚੱਲਦੀ ਹੈ ਤੇ ਪਾਣੀ ਦੇ ਵਿੱਚ ਕੋਈ ਟਰੈਕ ਨਹੀਂ ਰਹਿੰਦਾ। ਸੋ ਨਾਓ ਇਫ ਯੂ ਵਾਂਟ ਟੂ ਟਰੈਕ ਨਾ, ਆਪਾਂ ਟਰੈਕ ਕਰਨਾ ਚਾਹੀਏ ਵੀ ਮੱਛੀ ਕਿੱਥੇ ਤੋਂ ਕਿੱਥੇ ਗਈ, ਨਹੀਂ ਹੋ ਸਕਦਾ। ਉਹ ਪਾਣੀ ਆ ਨਾ, ਉਹ ਜਿੱਥੋਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਪਹੁੰਚ ਜਾਂਦੀ ਹੈ, ਉੱਥੇ ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਕਿੱਥੇ ਨੂੰ ਗਈ ਹੈ, ਕਿਹੜੇ ਰਸਤੇ ਦੀ ਗਈ ਹੈ, ਕਿਵੇਂ ਗਈ ਹੈ, ਉੱਤੇ ਦੀ ਗਈ ਹੈ, ਥੱਲੇ ਦੀ ਗਈ ਹੈ, ਰਾਈਟ ਦੀ ਗਈ ਹੈ, ਲੈਫਟ ਦੀ ਗਈ ਹੈ, ਕੋਈ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਕਹਿੰਦੇ ਗੁਰਮੁਖਾਂ ਦੀ ਚਾਲ ਨਹੀਂ ਸਮਝੀ ਜਾਂਦੀ। ਗੁਰਮੁਖ ਵੀ ਉਹੀ ਚਾਲ ਹੈ, ਕਿਉਂਕਿ ਗੁਰਮੁਖ ਦਾ ਜੇ ਗੁਰਮੁਖ ਨੂੰ ਕੋਈ ਟਰੇਸ ਕਰਨਾ ਚਾਹਵੇ ਨਾ, ਕਹਿੰਦੇ ਨਹੀਂ ਟਰੇਸ ਹੁੰਦਾ, ਕਿਉਂਕਿ ਗੁਰਮੁਖ ਦੇ ਵਿੱਚ ਹਉਮੈ ਖਤਮ ਹੋ ਗਈ। ਦੇਖੋ ਨਾ ਆਪਾਂ ਆਪਣੇ ਆਪ ਨੂੰ ਕਿਵੇਂ ਟਰੇਸ ਕਰਾਉਂਦੇ ਹਾਂ? ਜਦੋਂ ਆਪਾਂ ਆਪਣੀ ਹਉਮੈ ਰੱਖਦੇ ਹਾਂ, ਜੋ ਆਪਣਾ ਸੈਲਫ ਜਿਹੜਾ ਹੁੰਦਾ ਨਾ, ਇਹਨੂੰ ਰੱਖਦੇ ਹਾਂ ਵੀ ਮੈਂ ਇਹ ਹਾਂ, ਮੈਂ ਉਹ ਹਾਂ, ਉਹ ਫਿਰ ਟਰੇਸ ਬਣ ਜਾਂਦਾ ਹੈ, ਕੋਈ ਨਾ ਕੋਈ ਉਹਨੂੰ ਟਰੇਸ ਕਰ ਸਕਦਾ ਹੈ। ਨਿਸ਼ਕਾਮਤਾ ਦੇ ਵਿੱਚ ਤਾਂ ਐਸਾ ਹੈ ਜਿਵੇਂ ਮੱਛੀ ਹੈ ਪਾਣੀ ਦੇ ਵਿੱਚ, ਕੋਈ ਨਹੀਂ ਪਤਾ ਲੱਗਦਾ ਗੁਰਮੁਖ ਕਿੱਥੋਂ ਉੱਠਿਆ ਤੇ ਕਿੱਥੇ ਪਹੁੰਚਿਆ, ਕੋਈ ਪਤਾ ਨਹੀਂ ਲੱਗਦਾ, ਉਹਦਾ ਰਸਤਾ ਵੀ ਪਤਾ ਨਹੀਂ ਲੱਗਦਾ। ਇਸ ਕਰਕੇ ਇਹ ਅਗਮ ਮਨ ਦੀ ਸਮਝ ਤੋਂ ਪਰੇ ਹੈ। ਗੁਰਮੁਖ ਖੋਜ ਅਲਖ ਹੈ। ਹੁਣ ਦੇਖੋ ਗੁਰਮੁਖਾਂ ਦੀ ਖੋਜ, ਖੋਜ ਮੀਨਸ ਅਨੁਭਵ, ਉਹਨਾਂ ਦਾ ਗਿਆਨ। ਕਈ ਲੋਕ ਕਹਿੰਦੇ ਨਾ ਮੈਨੂੰ ਗਿਆਨ ਦੱਸੋ ਜੀ, ਹਾਂਜੀ ਇਹ ਸੰਤ ਦਾ ਕੀ ਗਿਆਨ ਹੈ? ਕਈ ਲੋਕ ਸੰਤਾਂ ਕੋਲ ਜਾ ਕੇ ਇਹੀ ਕੁਐਸਚਨ ਕਰਦੇ ਨੇ, ਸਾਨੂੰ ਆਪਣਾ ਗਿਆਨ ਦੱਸੋ। ਕਿਵੇਂ ਦੱਸ ਸਕਦੇ ਆ ਜੀ? ਉਹ ਤਾਂ ਜਿਹੜਾ ਹੈ ਅਨੁਭਵ ਹੈ, ਉਹ ਤਾਂ ਐਕਸਪੀਰੀਅੰਸ ਹੈ ਉਹਨਾਂ ਦਾ ਫੀਲ ਹੈ। ਜਿਵੇਂ ਆਪਾਂ ਪਹਿਲਾਂ ਜਿਹੜਾ ਹਨ ਗੁੰਗੇ ਕੀ ਮਿਠਾਈ ਵਾਲੀ ਗੱਲ ਹੈ, ਉਹ ਕਿਵੇਂ ਦੱਸਾਂਗੇ? ਉਹ ਅਨੁਭਵ ਹੈ। ਪਰ ਕਹਿੰਦੇ ਗੁਰਮੁਖਾਂ ਦਾ ਜਿਹੜਾ ਅਨੁਭਵ ਹੈ ਨਾ, ਇਹ ਅਲੱਖ ਹੈ, ਇਹਨੂੰ ਕੋਈ ਲਿਖ ਨਹੀਂ ਸਕਦਾ, ਇਹਨੂੰ ਕੋਈ ਜਾਣ ਨਹੀਂ ਸਕਦਾ। ਕਿਉਂ? ਉਹਦੇ ਵਿੱਚ ਵੀ ਇੱਕ ਐਗਜ਼ਾਮਪਲ ਦਿੰਦੇ ਹਨ, ਜਿਉ ਪੰਖੀ ਆਗਾਸ ਉਡੰਦਾ। ਦੇਖੋ ਜਿਵੇਂ ਇੱਕ ਪੰਛੀ ਹੈ, ਇੱਕ ਚਿੜੀ ਬਰਡ ਹੈ, ਉਹ ਆਕਾਸ਼ ਵਿੱਚ ਉੜਦੀ ਹੈ। ਹੁਣ ਦੇਖੋ ਆਕਾਸ਼ 'ਚ ਉੱਡਣ ਵਾਲੀ ਜਿਹੜੀ ਇਹ ਪੰਖੀ ਹੈ, ਇਹ ਜਿਹੜਾ ਪੰਛੀ ਹੈ, ਕਹਿੰਦੇ ਇਹ ਵੀ ਰਸਤਾ ਨਹੀਂ ਛੱਡਦਾ। ਹੁਣ ਉਹਦਾ ਵੀ ਟਰੇਸ ਨਹੀਂ ਕਰ ਸਕਦੇ ਵੀ ਕਿੱਥੋਂ ਉੱਡ ਕੇ ਕਿੱਥੇ ਗਿਆ, ਕਿਉਂਕਿ ਉਹ ਤਾਂ ਕੋਈ ਰਸਤੇ ਨਹੀਂ ਨਾ ਪਿਆ, ਉਹ ਤਾਂ ਆਕਾਸ਼ ਵਿੱਚ ਉੱਡਦਾ ਫਿਰਦਾ ਹੈ। ਉਹਦਾ ਕਿਹੜੇ ਰਸਤੇ ਬਣੇ ਹਨ? ਹੁਣ ਆਪਾਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਜਦੋਂ ਜਾਂਦੇ ਹਾਂ, ਆਪਣੀਆਂ ਰੋਡਸ ਬਣੀਆਂ ਹੋਈਆਂ ਹਨ, ਮੋਟੋਵੇਜ਼ ਹਨ, ਹਾਈਵੇਜ਼ ਬਣੀਆਂ ਹੋਈਆਂ ਨੇ ਵੀ ਇਹ ਸੜਕ ਤੋਂ ਤੁਸੀਂ ਇਹ ਸੜਕ ਤੇ ਜਾ ਕੇ ਇੱਥੇ ਪਹੁੰਚਣਾ। ਜਦੋਂ ਆਪਾਂ ਤੁਰਦੇ ਵੀ ਆਪਣੇ ਫੁੱਟਪ੍ਰਿੰਟਸ ਧਰਤੀ ਤੇ ਲੱਗ ਜਾਂਦੇ ਨੇ, ਜੇ ਕੋਈ ਗੱਡੀ ਤੇ ਜਾਈਏ ਤਾਂ ਟਾਇਰ ਪ੍ਰਿੰਟਸ ਲੱਗ ਜਾਂਦੇ ਨੇ, ਪਰ ਇੱਥੇ ਆਕਾਸ਼ ਵਿੱਚ ਕੋਈ ਪ੍ਰਿੰਟ ਨਹੀਂ ਲੱਗਦਾ। ਸੋ ਆਕਾਸ਼ ਦੇ ਵਿੱਚ ਦੇਖੋ ਤੁਸੀਂ ਜਹਾਜ਼ ਵੀ ਉੜਦੇ ਦੇਖੇ ਹੋਣਗੇ, ਜਦੋਂ ਜਹਾਜ਼ ਜਿਹੜੇ ਹਨ ਕੋਈ ਬੱਦਲਾਂ ਦੇ ਵਿੱਚ ਦੀ ਲੰਘਦੇ ਨੇ, ਉੱਥੇ ਇੱਕ ਲਾਈਨ ਬਣ ਜਾਂਦੀ ਹੈ, ਪਰ ਥੋੜੇ ਚਿਰ ਬਾਅਦ ਉਹ ਵੀ ਮਿਟ ਜਾਂਦੀ ਹੈ।
ਸੋ ਇਸ ਪ੍ਰਕਾਰ ਕਰਕੇ ਕਹਿੰਦੇ ਕੋਈ ਪਤਾ ਨਹੀਂ ਲੱਗਦਾ ਪੰਛੀਆਂ ਦਾ ਕਿੱਧਰੋਂ ਉੱਡ ਕੇ ਕਿੱਧਰ ਗਈਆਂ ਹਨ। ਹਵਾਈ ਜਹਾਜ਼ ਦਾ ਵੀ ਪਤਾ ਨਹੀਂ ਲੱਗਦਾ ਕਿੱਥੋਂ ਉੱਡ ਕੇ ਕਿੱਥੇ ਗਏ ਹਨ, ਕਿਹੜੇ ਉੱਥੇ ਕੋਈ ਲੀਕ ਪੈ ਗਈ ਜਾਂ ਕੋਈ ਮਾਕ ਪੈ ਗਿਆ ਹੁੰਦਾ। ਇਸੇ ਕਰਕੇ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਅਨੁਭਵ ਵੀ ਐਸਾ ਹੈ ਜਿਵੇਂ ਆਕਾਸ਼ ਖੁੱਲਾ ਹੈ ਨਾ, ਪੰਛੀ ਉੜਦਾ ਹੈ ਜਿੱਥੇ ਉਹਨੇ ਜਾਣਾ ਹੈ। ਬਾਉਂਡਰੀਜ਼ ਬਣੀਆਂ ਨੇ ਧਰਤੀ ਤੇ, ਆਕਾਸ਼ ਤੇ ਵੀ ਮਾੜੀਆਂ ਮੋਟੀਆਂ ਲੋਕਾਂ ਨੇ ਕੋਸ਼ਿਸ਼ ਕੀਤੀ ਬਣਾ ਲਈਏ, ਪਰ ਕਿੱਥੇ ਫਿਜ਼ੀਕਲੀ ਤਾਂ ਕੋਈ ਬਾਉਂਡਰੀ ਨਹੀਂ ਬਣ ਸਕਦੀ ਆਕਾਸ਼ ਵਿੱਚ। ਕਿਹੜਾ ਦੇਸ਼ ਆ, ਕਿਹੜਾ ਆਕਾਸ਼ ਹੈ, ਕੌਣ ਜਾਣਦਾ ਹੈ ਜੀ। ਸੋ ਇਸ ਕਰਕੇ ਜਿਹੜਾ ਹੈ ਇਹ ਸਾਰੀ ਜਿਹੜੀ ਚੀਜ਼ ਨੂੰ ਗੁਰਮੁਖ ਜਿਹੜੇ ਹਨ ਉਹਨਾਂ ਦਾ ਗਿਆਨ ਇੰਨਾ ਵਿਸ਼ਾਲ ਹੈ, ਗਿਆਨ ਬਹੁਤ ਵੱਡਾ ਹੈ। ਵੰਡੀਆਂ ਪਾਉਣ ਵਾਲੇ ਬੰਦੇ ਜਿਹੜੇ ਹੁੰਦੇ ਆ ਨਾ, ਉਹ ਕਹਿੰਦੇ ਨੇ ਅਜੀ ਸਾਡਾ ਗਿਆਨ ਇੱਥੋਂ ਤੋਂ A ਤੋਂ ਲੈ ਕੇ C ਤੱਕ ਹੀ ਹੈ, C ਤੋਂ ਲੈ ਕੇ D ਤੱਕ ਆ ਜੀ। ਉਹ ਤਾਂ ਜਿਹੜੇ ਹਨ ਬਾਉਂਡਰੀਜ਼ ਬਣਾ ਕੇ ਲੋਕਾਂ ਨੂੰ ਆਪਣੇ ਛੋਟੀ ਮਤ ਦੇ ਨਾਲ ਫਸਾਉਂਦੇ ਹਨ। ਪਰ ਜਿਹੜਾ ਗੁਰੂ ਦਾ ਗਿਆਨ ਹੈ ਨਾ, ਉਹ ਤਾਂ ਆਕਾਸ਼ ਦੀ ਤਰ੍ਹਾਂ ਖੁੱਲਾ ਪਿਆ ਹੈ, ਉਹਦਾ ਕੋਈ ਅੰਤ ਨਹੀਂ ਆਉਂਦਾ। ਤੇ ਉਹ ਫਿਰ ਇਹ ਛੋਟੀਆਂ ਗੱਲਾਂ ਵਿੱਚ ਨਹੀਂ ਫਸਦੇ, ਉਹਨਾਂ ਨੇ ਵਿਸ਼ਾਲਤਾ ਉਹਨਾਂ ਦੇ ਅੰਦਰ ਸਮਾਈ ਹੋਈ ਹੈ। ਸਾਧ ਸੰਗਤ ਰਹਿ ਰਾਸ ਹੈ। ਇਸ ਕਰਕੇ ਸਾਧ ਸੰਗਤ ਐਸਾ ਰਸਤਾ ਹੈ ਜੋ ਸੱਚਾ ਤੇ ਸਿੱਧਾ ਰਸਤਾ ਹੈ, ਉਹਦੇ ਵਿੱਚ ਵਿੰਗ ਟੇਢ ਨਹੀਂ ਹੈਗੀ। ਉਹ ਰਹਿ ਰਾਸ ਹੈ, ਉਹ ਰਹਿ ਜਿਹੜਾ ਹਨ ਮਨ ਨੂੰ ਰਹਿ ਕਰਕੇ, ਮਨ ਨੂੰ ਜਿੱਥੇ ਮਨ ਦੀ ਜਿਹੜੀ ਹੈ ਜਿਹੜਾ ਹਨ ਸੰਕਲਪ ਤੇ ਵਿਕਲਪ ਇਹ ਜਿਹੜੇ ਰਹਿ ਜਾਂਦੇ ਨੇ, ਮਤਲਬ ਖਤਮ ਹੋ ਜਾਂਦੇ ਨੇ, ਉਹ ਰਾਸ ਪਰਮਾਤਮਾ ਦੀ ਉਹ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਇਹ ਰਹਿ ਰਾਸ ਸਿੱਧਾ ਰਸਤਾ ਜਿਹੜਾ ਹੈ ਇਹ ਤਾਂ ਸਿਰਫ ਸਾਧ ਸੰਗਤ ਹੀ ਹੈ, ਉੱਥੋਂ ਹੀ ਪ੍ਰਾਪਤ ਹੁੰਦਾ ਹੈ। ਹਰ ਚੰਦੌਰੀ ਨਗਰ ਵਸੰਦਾ। ਹੁਣ ਇਹ ਦੁਨੀਆ ਬਾਰੇ ਭਾਈ ਗੁਰਦਾਸ ਜੀ ਦੱਸਦੇ ਹਨ, ਕਹਿੰਦੇ ਦੇਖੋ ਨਾ, ਸਾਧ ਸੰਗਤ ਹੀ ਇੱਕ ਸਿੱਧਾ ਰਸਤਾ ਇਹ ਦੁਨੀਆ ਤੇ ਹੈ ਪਰਮਾਤਮਾ ਨੂੰ ਮਿਲਣ ਦਾ। ਨਹੀਂ ਤਾਂ ਇਹ ਦੁਨੀਆ ਕੀ ਚੀਜ਼ ਆ, ਕਹਿੰਦੇ ਹਰ ਚੰਦੌਰੀ ਹੈ। ਹਰ ਚੰਦੌਰੀ ਉਹ ਕੰਟਰੀ ਹੈ ਜਿਨ੍ਹਾਂ ਨੂੰ ਮੰਨਿਆ ਹੈ ਕਿ ਇਹ ਧਰਤੀ ਤੇ ਆਕਾਸ਼ ਦੇ ਵਿਚਾਲੇ ਹੈ, ਇਨ ਦਾ ਮਿਡਲ। ਤੇ ਇਹ ਧਰਤੀ ਕਦੋਂ ਬਣੀ? ਜਦੋਂ ਹਰੀਸ਼ ਚੰਦਰ ਰਾਜਾ ਜਿਹੜਾ ਸੀਗਾ, ਜਦੋਂ ਉਹਨੇ ਜਿਹੜਾ ਹੈ ਪਰਮਾਤਮਾ ਨੇ ਉਹਨੂੰ ਪੁੱਛਿਆ ਤੂੰ ਐਡਾ ਦਾਨ ਪੁੰਨ ਕੀਤਾ, ਤੂੰ ਕੀ ਮੰਗਦਾ ਹੈ? ਤਾਂ ਉਹ ਕਹਿੰਦਾ ਜੀ ਮੇਰੀ ਸਾਰੀ ਨਗਰੀ ਨੂੰ ਤੁਸੀਂ ਜਿਹੜਾ ਹਨ ਸਵਰਗਾਂ ਵਿੱਚ ਲੈ ਜਾਓ, ਇਹ ਸਾਰੀ ਨਗਰੀ ਤਰ ਜਾਵੇ। ਤਾਂ ਪਰਮਾਤਮਾ ਕਹਿੰਦਾ ਠੀਕ ਹੈ ਤੇਰੀ ਮਰਜ਼ੀ ਹੈ। ਜਦੋਂ ਉਹਨਾਂ ਨੇ ਸਾਰੀ ਧਰਤੀ ਆਕਾਸ਼ ਵੱਲ ਜਾ ਰਹੀ ਸੀਗੀ, ਰਸਤੇ ਦੇ ਵਿੱਚ ਜਾ ਰਹੀ ਹੈ, ਤਾਂ ਉਸ ਵੇਲੇ ਰਾਜਾ ਹਰੀਸ਼ ਚੰਦਰ ਦੇ ਮਨ ਵਿੱਚ ਥੋੜਾ ਜਿਹਾ ਮਾਣ ਆਇਆ, ਦੇ ਖਿਆਲ ਇਹ ਆਇਆ, ਕਹਿੰਦੇ ਵਾਹ ਹਰੀ ਚੰਦਰ। ਕਿਉਂਕਿ ਇਹ ਖਿਆਲ ਕਿਉਂ ਆਇਆ? ਇੱਕ ਡੋਂਕੀ ਜਿਹੜਾ ਸੀਗਾ, ਇੱਕ ਗਧਾ ਜਿਹੜਾ ਸੀਗਾ, ਉਹ ਵੀ ਹਿਣਕ ਪਿਆ, ਕਿਉਂਕਿ ਉਹਦੀ ਧਰਤੀ ਤੇ ਜਿੰਨੇ ਜਾਨਵਰ ਸੀ ਉਹ ਵੀ ਜਾ ਰਹੇ ਸਨ ਸਾਰੇ, ਉਹ ਹਿਣਕ ਪਿਆ। ਤੇ ਹਰੀਸ਼ ਚੰਦਰ ਦੇ ਮਨ ਵਿੱਚ ਇਹ ਜਿਹੜਾ ਹਨ ਇੱਕ ਸ਼ੰਕਾ, ਜਿਹੜਾ ਇੱਕ ਥਾਟ ਆਇਆ, ਕਹਿੰਦੇ ਵਾਹ ਹਰੀ ਚੰਦਰ, ਤੇਰੇ ਕਰਕੇ ਅੱਜ ਡੋਂਕੀ ਗਧੇ ਵੀ ਸਵਰਗਾਂ ਨੂੰ ਜਾ ਰਹੇ ਨੇ। ਤੇ ਇਹਦੇ ਹੰਕਾਰ ਕਰਕੇ ਉਹ ਧਰਤੀ ਜਿਹੜੀ ਜਾਂਦੀ ਹੋਈ ਰਸਤੇ ਵਿੱਚ ਹੀ ਖੜ ਗਈ ਤੇ ਉਹ ਨਹੀਂ ਪਹੁੰਚੀਗਾ। ਉਹਨੂੰ ਹਰੀ ਚੰਦੌਰੀ ਕਹਿੰਦੇ ਹਨ, ਵੀ ਇੱਕ ਜਿਵੇਂ ਬਾਦਲ ਨਗਰੀ ਕਹਿ ਲਈਏ। ਸੋ ਉਹ ਐਸਾ ਕੋਈ ਥਾਂ ਜਿਹੜਾ ਪਰਮਨੈਂਟ ਨਹੀਂ ਹੈਗਾ, ਜਿਹੜਾ ਨਹੀਂ ਹੈਗਾ ਕਲਪਿਆ ਜਾਂਦਾ, ਇਮੇਜਿਨ ਕੀਤਾ ਜਾਂਦਾ ਹੈ। ਕਹਿੰਦੇ ਦੁਨੀਆ ਐਸੀ ਹੈ, ਕਿਉਂਕਿ ਦੁਨੀਆ ਵੀ ਤਾਂ ਕੁਝ ਵੀ ਨਹੀਂ ਰਹਿਣਾ ਨਾ, ਇਹ ਥੋੜੇ ਸਮੇਂ ਵਾਸਤੇ ਜੋ ਕੁਝ ਹੈ ਆਪਾਂ ਦੇਖਦੇ ਵਰਤਦੇ ਹਾਂ, ਪਰ ਥੋੜੇ ਸਮੇਂ ਬਾਅਦ ਇਹਨੇ ਵੀ ਮਿਟ ਜਾਣਾ ਹੈ। ਇਸ ਕਰਕੇ ਦੁਨੀਆ ਹਰੀ ਚੰਦੌਰੀ ਹੈ। ਤੇ ਇਹ ਦੁਨੀਆ ਦੇ ਵਿੱਚ ਇੱਕੋ ਇੱਕ ਚੀਜ਼ ਸੱਚੀ ਹੈ, ਉਹ ਹੈ ਸਾਧ ਸੰਗਤ, ਕਿਉਂਕਿ ਸਾਧ ਸੰਗਤ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਚਾਰ ਵਰਨ ਤੰਬੋਲ ਰਸ। ਦੇਖੋ ਚਾਰ ਵਰਨ, ਹੁਣ ਸਾਧ ਸੰਗਤ ਵਿੱਚ ਕੀ ਹੁੰਦਾ ਹੈ? ਕਹਿੰਦੇ ਜਿਵੇਂ ਚਾਰ ਵਰਨ ਨੇ, ਜਿਹੜਾ ਹਨ ਬ੍ਰਹਮ, ਖੱਤਰੀ, ਵੈਦ ਤੇ ਸ਼ੂਦਰ ਹਨ। ਸੋ ਇਹ ਸਾਰੇ ਜਿਹੜੇ ਨੇ ਇਹ ਚਾਰ ਵਰਨ ਨੇ। ਕਹਿੰਦੇ ਚਾਰ ਵਰਨਾਂ ਨੂੰ ਇੱਕ ਵਰਨ ਕਰ ਦਿੱਤਾ ਗੁਰੂ ਨੇ। ਕਹਿੰਦੇ ਜਿਸ ਤਰ੍ਹਾਂ ਕਿ ਨਾ ਜਿਹੜਾ ਹੈ ਪਾਨ ਹੁੰਦਾ ਹੈ ਨਾ, ਉਹਦੇ ਵਿੱਚ ਕੱਥ ਪੈਂਦੀ ਹੈ, ਸੁਪਾਰੀ ਪੈਂਦੀ ਹੈ, ਚੂਨਾ ਹੁੰਦਾ ਹੈ, ਪਾਨ ਦੇ ਪੱਤੇ, ਸੋ ਇਹ ਸਭ ਕੁਝ ਪੈਂਦਾ। ਚਾਰ ਚੀਜ਼ਾਂ ਨੂੰ ਡਿਫਰੈਂਟ ਰੰਗਾਂ ਦੀਆਂ ਜਦੋਂ ਇਹਨਾਂ ਨੂੰ ਇਕੱਠੀਆਂ ਕਰਕੇ ਮੂੰਹ ਵਿੱਚ ਪਾ ਕੇ ਚੱਬੀਦਾ ਹੈ ਤਾਂ ਲਾਲ ਰੰਗ ਆ ਜਾਂਦਾ ਹੈ। ਸਾਰੀਆਂ ਚੀਜ਼ਾਂ ਆਪਣਾ, ਚਾਰ ਹੀ ਚੀਜ਼ਾਂ ਦੇ ਵੱਖਰੇ ਰੰਗ, ਉਹ ਆਪਣੇ ਰੰਗ ਨੂੰ ਛੱਡ ਕੇ ਲਾਲ ਰੰਗ ਬਣ ਜਾਂਦਾ ਹੈ। ਇਸੇ ਪ੍ਰਕਾਰ ਕਹਿੰਦੇ ਸਾਧ ਸੰਗਤ ਵਿੱਚ ਚਾਰੇ ਵਰਨ ਸਾਰੀ ਦੁਨੀਆ ਨੂੰ ਇਕੁਅਲ ਕੀਤਾ ਹੈ, ਸਾਰਿਆਂ ਨੂੰ ਇੱਕ ਜੈਸਾ ਹੀ ਜਾਣਿਆ ਹੈ। ਪਰਮ ਪਿਆਲੇ ਰੰਗ ਚੜੰਦਾ। ਦੇਖੋ ਫਿਰ ਪਰਮ ਪਿਆਲਾ, ਉਹ ਪਿਆਰੇ ਦਾ ਪਿਆਲਾ, ਉਹ ਪਿਆਰੇ ਦੇ ਪਿਆਲੇ ਵਿੱਚ ਜੋ ਨਾਮ ਦਾ ਦਾਤ ਹੈ, ਨਾਮ ਦਾ ਜਿਹੜਾ ਅੰਮ੍ਰਿਤ ਹੈ, ਕਹਿੰਦੇ ਉਹਦਾ ਫਿਰ ਰੰਗ ਚੜਦਾ ਹੈ। ਸ਼ਬਦ ਸੁਰਤ ਲੈਵ ਲੀਨ ਹੋਏ। ਫਿਰ ਉਸ ਨੂੰ ਪੀ ਕਰਕੇ ਸ਼ਬਦ ਵਿੱਚ ਸੁਰਤੀ
ਦੀ ਜਿਹੜੀ ਹਨ ਲਿਵ ਜੁੜਦੀ ਹੈ ਤੇ ਕਹਿੰਦੇ ਇਸ ਕਰਕੇ ਸ਼ਬਦ ਦੇ ਵਿੱਚ ਹੀ ਸ਼ਬਦ ਦੇ ਨਾਲ ਹੀ ਉਹ ਸ਼ਬਦ ਰੂਪ ਹੀ ਹੋ ਜਾਂਦੇ ਹਨ। ਚੰਦਨ ਵਾਸ ਨਿਵਾਸ ਹੁਣ ਕਰੰਦਾ। ਦੇਖੋ ਗੁਰਮੁਖ ਜਿਨ੍ਹਾਂ ਦੇ ਵਿੱਚ ਪਰਮਾਤਮਾ ਦਾ ਜਿਹੜਾ ਹਨ ਸਰੂਪ ਸ਼ਬਦ ਜਿਨ੍ਹਾਂ ਦੇ ਅੰਦਰ ਸਮਾਇਆ ਹੋਇਆ ਹੈ, ਜਿਨ੍ਹਾਂ ਦੀ ਲਿਵ ਜੁੜੀ ਹੋਈ ਹੈ, ਕਹਿੰਦੇ ਉਹਨਾਂ ਦਾ ਅੱਗੇ ਕੀ ਹੁੰਦਾ, ਕਹਿੰਦੇ ਉਹ ਚੰਦਨ ਦੀ ਵਾਸ਼ਨਾ ਵਰਗੇ ਹੁੰਦੇ ਨੇ। ਜਿਵੇਂ ਸੈਂਡਲਵੁੱਡ ਦੀ ਜਿਹੜੀ ਹੈ ਫ੍ਰੈਗਨੈਂਸ ਹੁੰਦੀ ਹੈ, ਉਹ ਜਿਹੜੀ ਫ੍ਰੈਗਨੈਂਸ ਹੈ ਹਰ ਇੱਕ ਚੀਜ਼ ਹਰ ਇੱਕ ਦਰਖਤ ਨੂੰ ਉਹ ਵੀ ਵਾਸ਼ਨਾਦਾਰ ਫ੍ਰੈਗਨੈਂਸ ਕਰ ਦਿੰਦੀ ਹੈ। ਸਾਰੇ ਦਰਖਤਾਂ 'ਚੋਂ ਉਹਦੀ ਵਾਸ਼ਨਾ ਆਉਂਦੀ ਹੈ ਪਰ ਉਹਦੀ ਹਸਤੀ ਕੋਈ ਨਹੀਂ ਹੁੰਦੀ, ਫਿਜ਼ੀਕਲ ਰੂਪ ਦੇ ਵਿੱਚ ਕੁਝ ਨਹੀਂ ਹੁੰਦਾ। ਤੇ ਜਿਹੜਾ ਦੇਖੋ ਹੁਣ ਜਿਵੇਂ ਹੁਣ ਕੋਈ ਹੋਰ ਦਰਖਤ ਨੂੰ ਚੰਦਨ ਦੀ ਵਾਸ਼ਨਾ ਮਿਲ ਗਈ, ਉਹ ਵੀ ਚੰਦਨੇ ਬਣ ਗਿਆ ਤੇ ਉਹਨੇ ਕਿਤੇ ਵੀ ਜਿਹੜਾ ਹੈ ਭਾਵੇਂ ਉਹ ਧੰਨਵਾਦ ਵੀ ਨਾ ਕਰੇ ਚੰਦਨ ਦਾ, ਇਹ ਚੰਦਨ ਤੂੰ ਮੈਨੂੰ ਵਾਸ਼ਨਾ ਦਿੱਤੀ ਤੇਰਾ ਧੰਨਵਾਦ, ਉਹ ਜਿਹੜਾ ਧੰਨਵਾਦ ਵੀ ਨਾ ਕਰੇ ਤੇ ਫਿਰ ਉਹ ਚੰਦਨ ਨੂੰ ਰੈਕਗਨਾਈਜ਼ ਵੀ ਨਾ ਕਰੇ, ਪਰ ਫਿਰ ਵੀ ਚੰਦਨ ਆਪਣੀ ਵਾਸ਼ਨਾ ਦਿੰਦਾ ਹੈ। ਕਹਿੰਦੇ ਦੇਖੋ ਨਾ ਐਸਾ ਹੀ ਜਿਹੜਾ ਹਨ ਸਾਧ ਸੰਗਤ ਵਿੱਚ ਗੁਰਮੁਖ ਹਨ, ਉਹ ਦੁਨੀਆ ਦਾ ਭਲਾ ਕਰਦੇ ਨੇ, ਭਾਵੇਂ ਕੋਈ ਜਾਣੇ ਉਹਨਾਂ ਨੂੰ ਭਾਵੇਂ ਕੋਈ ਨਾ ਵੀ ਜਾਣੇ। ਕਹਿੰਦੇ ਉਹ ਤਾਂ ਆਪਣੀ ਭਗਤੀ ਦੀ ਵਾਸ਼ਨਾ ਦੇ ਕੇ ਚਲੇ ਜਾਂਦੇ ਨੇ, ਦੁਨੀਆ ਦਾ ਭਲਾ ਕਰ ਜਾਂਦੇ ਨੇ। ਉਹਨਾਂ ਤੋਂ ਕੋਈ ਪੈਸਾ ਨਹੀਂ ਲੈਂਦੇ, ਉਹਨਾਂ ਕੋਲ ਕੁਝ ਡਿਮਾਂਡ ਨਹੀਂ ਕਰਦੇ ਵੀ ਇਹ ਦਿਓ ਜੀ, ਇਹ ਕਰੋ ਜੀ, ਐਂ ਕਰੋ ਜੀ, ਕੁਝ ਨਹੀਂ ਕਰਦੇ। ਉਹ ਆਪਣੀ ਭਗਤੀ ਦੀ ਖੁਸ਼ਬੂ ਦੇ ਕੇ ਚਲੇ ਜਾਂਦੇ ਨੇ। ਜਿਵੇਂ ਇਹ ਜਿਹੜਾ ਹੈ ਸੈਂਡਲਵੁੱਡ ਦੇਖੋ, ਇਹ ਜਿਹੜਾ ਚੰਦਨ ਦਾ ਦਰਖਤ ਹੈ, ਕਿੰਨਾ ਭਲਾ ਕਿੰਨੇ ਦਰਖਤਾਂ ਦਾ ਜਿਹੜਾ ਹੈ ਮੁੱਲ ਵਧਾ ਦਿੱਤਾ। ਉਹ ਜਿਹੜੇ ਦਰਖਤਾਂ ਦਾ ਕੋਈ ਮੁੱਲ ਨਹੀਂ ਸੀ, ਉਹਨਾਂ ਨੂੰ ਮੁੱਲ ਦੇ ਦਿੱਤਾ। ਦੇਖੋ ਇਹ ਜੀਵਨ ਦਾ, ਇਹ ਲਾਈਫ ਦਾ ਕੋਈ ਮੁੱਲ ਨਹੀਂ, ਪਰ ਜੇ ਇਹਦੇ ਵਿੱਚ ਭਗਤੀ ਦੀ ਵਾਸ਼ਨਾ ਆ ਜਾਵੇ, ਸਾਧ ਸੰਗਤ ਰੂਪੀ ਜਿਹੜਾ ਚੰਦਨ ਦਾ ਦਰਖਤ ਹੈ, ਉੱਥੋਂ ਭਗਤੀ ਦੀ ਕਿਸੇ ਵਿੱਚ ਵਾਸ਼ਨਾ ਸਮਾ ਜਾਵੇ ਤਾਂ ਇਹ ਸਰੀਰ ਜਿਹੜੇ ਨੇ, ਇਹ ਸਰੀਰ ਜਿਹੜਾ ਰੱਬ ਬਣ ਜਾਂਦਾ ਹੈ। ਦੇਖੋ ਕਿੰਨਾ ਇਹਦੇ ਵਿੱਚ ਕੀਮਤ ਵੱਧ ਜਾਂਦੀ ਹੈ। ਦੇਖੋ ਲੋਕ ਕਿੰਨੇ ਜੰਮਦੇ ਮਰਦੇ ਰਹਿੰਦੇ ਨੇ, ਪਰ ਲੋਕ ਉਹਨਾਂ ਨੂੰ ਚੇਤੇ ਕਰਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਜਪਿਆ ਹੈ, ਜਿਹੜੇ ਪਰਮਾਤਮਾ ਨਾਲ ਇੱਕ ਹੋਏ ਨੇ, ਉਹਨਾਂ ਨੂੰ ਹਰ ਕੋਈ ਹਰ ਇੱਕ ਸਮੇਂ ਵਿੱਚ ਚੇਤੇ ਕਰਦਾ ਹੈ। ਗਿਆਨ ਧਿਆਨ ਸਿਮਰਨ ਜੁਗਤ। ਦੇਖੋ ਇਹ ਜੁਗਤੀਆਂ ਨੇ ਜੋ ਗੁਰੂ ਘਰ ਚੋਂ ਪ੍ਰਾਪਤ ਨੇ, ਗਿਆਨ ਦੀਆਂ। ਮਹਾਰਾਜ ਜੀ ਆਪਣੇ ਆਤਮਾ ਦਾ ਗਿਆਨ ਆਪਾਂ ਨੂੰ ਦਿੰਦੇ ਹਨ, ਫਿਰ ਉਸ ਸਰੂਪ ਦੇ ਵਿੱਚ ਧਿਆਨ ਧਿਆਤਾ ਤੇ ਧੇ, ਇਹਨਾਂ ਤਿੰਨਾਂ ਨੂੰ ਇੱਕ ਕਰਕੇ ਉਹ ਆਪਣੇ ਵਿੱਚ ਸਮਾਈ ਕਰਾਉਂਦੇ ਨੇ। ਫਿਰ ਜਿਹੜਾ ਸਿਮਰਨ ਦੀ ਦਾਤ, ਸਿਮਰਨ ਜਿਹੜਾ ਹੈ ਮੁਖ ਦੇ ਨਾਲ ਕਰਨਾ, ਸੋ ਸਿਮਰਨ ਕਰਦਿਆਂ ਧਿਆਨ ਜੁੜਦਾ ਹੈ। ਜਦੋਂ ਧਿਆਨ ਜੁੜਨਾ ਸ਼ੁਰੂ ਹੁੰਦਾ ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੋ ਐਸੀ ਹੀ ਜੁਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਬਖਸ਼ਦੇ ਹਨ। ਗੂੰਜ ਕੁਰਮ ਹੰਸ ਵੰਸ ਵਧੰਦਾ। ਹੁਣ ਦੇਖੋ ਜੀ ਕਿੰਨਾ ਸੋਹਣਾ ਐਗਜ਼ਾਮਪਲ ਇੱਥੇ ਦਿੱਤਾ ਹੈ। ਕਹਿੰਦੇ ਦੇਖੋ ਚੰਦਨ ਦੀ ਵਾਸ਼ਨਾ ਜਿਹੜੀ ਹੁੰਦੀ ਆ, ਪਹਿਲੀ ਗੱਲ ਕਹਿੰਦੇ ਚੰਦਨ ਦੀ ਵਾਸ਼ਨਾ ਜਿਹੜੀ ਹੈ ਉਹ ਮਹਿਕ ਦਿੰਦੀ ਹੈ, ਉਹ ਵਾਸ਼ਨਾ ਦਿੰਦੀ ਹੈ। ਉਸ ਵਾਸ਼ਨਾ ਦੇ ਨਾਲ ਦੇਖੋ ਕਹਿੰਦੇ ਉਹ ਆਪਣੀ ਵਾਸ਼ਨਾ ਫਰੀਲੀ ਦਿੰਦੀ ਹੈ, ਲਿਮਿਟਲੈਸ। ਕਹਿੰਦੇ ਐਸੀ ਪਰਮਾਤਮਾ ਦੀ ਕਿਰਪਾ ਹੈ। ਪਰਮਾਤਮਾ ਦੀ ਕਿਰਪਾ ਤਾਂ ਸਾਰਿਆਂ ਤੇ ਹੁੰਦੀ ਹੈ, ਪਰ ਜਿਹੜੇ ਬੈਂਬੂ ਹੋ ਜਾਂਦੇ ਨੇ ਉਹ ਨਹੀਂ ਲੈਂਦੇ ਆਪਣੀ ਮਰਜ਼ੀ ਕਰਕੇ, ਆਪਣੇ ਹੰਕਾਰ ਕਰਕੇ, ਪਰ ਆਉਂਦੀ ਤਾਂ ਸਾਰਿਆਂ ਕੋਲ ਨਾ। ਜਿਵੇਂ ਹੁਣ ਫੁੱਲ ਦੀ ਵਾਸ਼ਨਾ ਹੈ, ਤੁਸੀਂ ਇੱਕ ਬਾਗ ਦੇ ਵਿੱਚੋਂ ਲੰਘੋ ਤੇ ਨੱਕ ਬੰਦ ਕਰ ਲਓ, ਫੇਰ ਤਾਂ ਨਹੀਂ ਆਉਣੀ ਜੀ ਵਾਸ਼ਨਾ। ਜੇ ਤੁਸੀਂ ਸਹਿਜ ਭਾਉ ਤੁਰੋ ਤਾਂ ਆਪਣੇ ਆਪ ਉਹ ਵਾਸ਼ਨਾ ਆਉਣੀ ਹੈ। ਉਹਦੇ ਵਾਸਤੇ ਕੋਈ ਯਤਨ ਨਹੀਂ ਕਰਨਾ ਪੈਂਦਾ, ਕੋਈ ਐਫਰਟ ਨਹੀਂ ਲੈਣੀ ਪੈਂਦੀ। ਸੋ ਉਹ ਜਿਹੜਾ ਹੈ ਕਹਿੰਦੇ ਇਹ ਤਾਂ ਪਰਮਾਤਮਾ ਦੀ ਦਾਤ ਸਾਰਿਆਂ ਤੇ ਹੈ। ਹੁਣ ਦੂਜਾ ਐਗਜ਼ਾਮਪਲ ਦਿੰਦੇ ਹਨ ਇੱਥੇ, ਕਹਿੰਦੇ ਗਿਆਨ ਕੈਸਾ, ਕਹਿੰਦੇ ਹੰਸ ਵਰਗਾ ਜਿਹੜਾ ਹੈ, ਹੰਸ ਦੀ ਜੁਗਤੀ ਹੈ ਉਹ ਗਿਆਨ। ਜਿਵੇਂ ਉਹਦੀ ਚੁੰਝ ਪੈਂਦੀਆਂ ਦੁੱਧ ਵਿੱਚ ਪਾਣੀ ਅੱਡ ਤੇ ਦੁੱਧ ਦਾ ਸੋਲਿਡ ਅੱਡ ਹੁੰਦਾ ਹੈ, ਕਹਿੰਦੇ ਇਸੇ ਤਰ੍ਹਾਂ ਹੀ ਗਿਆਨ ਕੀ ਹੈ, ਬਿਬ ਤੋਂ ਏਕ, ਦੋ ਤੋਂ ਇੱਕ ਹੋਣਾ ਤੇ ਪਰਮਾਤਮਾ ਦੀ ਇਹ ਸਾਰੀ ਸ੍ਰਿਸ਼ਟੀ ਨੂੰ ਦੇਖਦਿਆਂ ਇਹਦੇ ਵਿੱਚੋਂ ਕਾਦਰ ਉਹ ਪਰਮਾਤਮਾ ਨੂੰ ਪਹਿਚਾਣ ਲੈਣਾ, ਪਰਮਾਤਮਾ ਨਾਲ ਜੁੜ ਜਾਣਾ ਤੇ ਇਹ ਛਾਛ ਰੂਪੀ, ਇਹ ਪਾਣੀ ਰੂਪੀ ਜਿਹੜੀ ਮਾਇਆ ਇਹਨੂੰ ਛੱਡ ਦੇਣਾ। ਸੋ ਇਹਨੂੰ ਗਿਆਨ ਕਹਿੰਦੇ ਹਾਂ। ਕਹਿੰਦੇ ਗਿਆਨ ਕਿਹਦੇ ਵਰਗਾ, ਹੰਸ ਵਰਗਾ ਗਿਆਨ ਹੋਵੇ। ਫਿਰ ਦੂਸਰਾ ਐਗਜ਼ਾਮਪਲ ਕਹਿੰਦੇ ਧਿਆਨ ਕੈਸਾ, ਕਹਿੰਦੇ ਜਿਵੇਂ ਕੁਰਮ ਹੋਵੇ। ਸੋ ਜਿਹੜਾ ਹਨ ਕੱਛੂ ਕੁੰਮੇ ਹੁੰਦੇ ਨੇ, ਹਾਂਜੀ ਟੋਟਿਸ ਕਹਿੰਦੇ ਹਨ। ਸੋ ਉਹ ਜਿਹੜੇ ਹੁੰਦੇ ਹਨ, ਸੋ ਇਹਨਾਂ ਦੇ ਵਿੱਚ ਕਹਿੰਦੇ ਕੀ ਹੁੰਦਾ, ਇਹ ਧਿਆਨ ਚੁੱਪ ਕਰਕੇ ਬਹਿ ਜਾਂਦੇ ਨੇ ਆਪਣੀ ਠੂਟੀ ਦੇ ਹੇਠ, ਉਹ ਧਿਆਨ ਵਿੱਚ ਜੁੜ ਜਾਂਦੇ ਨੇ, ਹਿਲਦੇ ਨਹੀਂ ਹੁੰਦੇ। ਕੋਈ ਕਹੂਗਾ ਜੀ ਪੱਥਰ ਦਾ ਟੁਕੜਾ ਪਿਆ ਹੈ ਜਾਂ ਹੋਰ ਕੁਛ ਆ, ਇਹ ਆਪਣੇ ਧਿਆਨ ਵਿੱਚ ਜੁੜ ਜਾਂਦੇ ਤੇ ਇਹਨਾਂ ਦੀ ਉਮਰਾਂ ਬੜੀਆਂ ਲੰਮੀਆਂ ਹੁੰਦੀਆਂ ਨੇ, ਕਿਉਂਕਿ ਧਿਆਨ ਇਹਨਾਂ ਦਾ
ਤਾਂ ਬੜਾ ਹੁੰਦਾ ਹੈ। ਸੋ ਇਹ ਧਿਆਨ, ਕਹਿੰਦੇ ਧਿਆਨ ਦੀ ਜੁਗਤੀ ਸਿੱਖਣੀ ਹੋਵੇ ਤਾਂ ਕੱਛੂ ਤੋਂ ਸਿੱਖੋ। ਫਿਰ ਤੀਜਾ ਹੈ ਸਿਮਰਨ। ਸਿਮਰਨ ਜਿਹੜੀਆਂ ਕੁੰਜਾਂ ਹੁੰਦੀਆਂ ਨੇ, ਜਿਹੜਾ ਉੱਡ ਉੱਡ ਆਵੈ ਸਹਿ ਕੋਸਾ ਤਿਸ ਪਾਛੇ ਬਛੜੇ ਛੜਿਆ, ਜਿਵੇਂ ਬਾਣੀ ਵਿੱਚ ਆਉਂਦਾ ਹੈ। ਇਹ ਕੁੰਜਾਂ ਜਿਹੜੀਆਂ ਹੁੰਦੀਆਂ ਨੇ, ਇਹ ਕੁੰਜਾਂ ਜਿਹੜੀਆਂ ਹਨ ਐਸਾ ਕਰਦੀਆਂ ਹਨ ਕਿ ਦੂਰ ਦੂਰ ਆਪਣੇ ਬੱਚਿਆਂ ਨੂੰ ਅੰਡੇ ਦੇ ਕੇ ਆਲਣੇ ਵਿੱਚ ਤੇ ਦੂਰ ਚਲੀਆਂ ਜਾਂਦੀਆਂ ਨੇ, ਜਦੋਂ ਫਿਰ ਆਪਣੇ ਸਿਮਰਨ ਰਾਹੀਂ ਹੀ ਆਪਣੇ ਬੱਚਿਆਂ ਨੂੰ ਪਾਲਦੀਆਂ ਹਨ, ਉਹਨਾਂ ਨੂੰ ਜਿਹੜਾ ਹਨ ਭਜਨਾਂ ਹਨ ਛਕਾਉਂਦੀਆਂ ਹਨ, ਜੋ ਛਕਾਉਣਾ ਆਪਣੇ ਧਿਆਨ ਵਿੱਚ। ਸੋ ਕਹਿੰਦੇ ਐਸਾ ਉਹਨਾਂ ਦਾ ਜਿਹੜਾ ਸਿਮਰਨ ਹੈ, ਉਹ ਸਿਮਰਨ ਕਰਕੇ ਹੀ ਆਪਣੇ ਬੱਚਿਆਂ ਨੂੰ ਜਿਹੜਾ ਹੈ ਪਾਲ ਲੈਂਦੀਆਂ ਨੇ। ਸੋ ਐਸਾ ਜਿਹੜਾ ਹੈ, ਕਹਿੰਦੇ ਦੇਖੋ ਇਹ ਤਿੰਨ ਜੁਗਤੀਆਂ ਜਿਹੜੀਆਂ ਨੇ, ਗਿਆਨ, ਧਿਆਨ ਤੇ ਸਿਮਰਨ ਦੀਆਂ। ਗੁਰਮੁਖ ਸੁਖ ਫਲ ਅਲਖ ਲਖੰਦਾ। ਸੋ ਦੇਖੋ ਗੁਰਮੁਖ ਜਿਹੜੇ ਨੇ, ਉਹਨਾਂ ਨੇ ਸੁੱਖਾਂ ਦਾ ਫਲ ਅਲਖ ਨੂੰ ਲੱਖ ਲਿਆ। ਉਹਨਾਂ ਨੇ ਐਸਾ ਸੁੱਖਾਂ ਦਾ ਫਲ ਨਾਮ ਦੀ ਪ੍ਰਾਪਤੀ ਹੋਈ ਕਿ ਉਹਨਾਂ ਨੇ ਅਲਖ ਲਖੰਦਾ, ਜਿਹੜਾ ਨਹੀਂ ਲਖਿਆ ਜਾਂਦਾ ਪਰਮਾਤਮਾ, ਉਹਨਾਂ ਨੇ ਜਾਣ ਲਿਆ, ਉਹਨਾਂ ਨੇ ਦੇਖ ਲਿਆ, ਉਹਨਾਂ ਦੇ ਅੱਗੇ ਪ੍ਰਗਟ ਹੋ ਗਿਆ। ਦੇਖੋ ਹੁਣ ਤਾਂ ਚੋਇਸ ਆਪਣੀ ਹੋਈ ਹੈ ਨਾ, ਕਿ ਆਪਾਂ ਸਿਰਫ ਦੁਨੀਆ ਨੂੰ ਦੇਖਣਾ ਹੈ ਜਾਂ ਦੁਨੀਆ ਦੇ ਬਣਾਉਣ ਵਾਲੇ ਨੂੰ ਦੇਖਣਾ ਹੈ, ਕਿ ਆਪਾਂ ਸਿਰਫ ਇਹ ਦੁਨੀਆ ਦੇ ਤਮਾਸ਼ੇ ਦੇਖਣੇ ਨੇ ਜਾਂ ਉਸ ਪਿੱਛੇ ਬੈਠੇ ਪਰਮਾਤਮਾ ਜੋ ਸਭ ਤੋਂ ਕਰਾ ਰਿਹਾ ਹੈ ਉਹਨੂੰ ਦੇਖਣਾ ਹੈ। ਬਸ ਫਰਕ ਇੰਨਾ ਹੈ। ਦੇਖੋ ਨਾ, ਇਹੀ ਇੱਕ ਵੱਡਾ ਭੁਲੇਖਾ ਆਪਾਂ ਨੂੰ ਪਿਆ ਰਹਿੰਦਾ ਹੈ ਕਿ ਮੇਰਾ ਕੀਤਾ ਹੋ ਰਿਹਾ ਹੈ ਦੁਨੀਆ ਤੇ। ਅਸਲ ਵਿੱਚ ਨਹੀਂ, ਪਰਮਾਤਮਾ ਹੀ ਕਰਾਉਂਦਾ ਹੈ, ਪਰਮਾਤਮਾ ਹੀ ਕਰਦਾ ਹੈ। ਆਪਾਂ ਨੂੰ ਤਾਂ ਵੈਸੇ ਹੀ ਲੱਗੀ ਜਾਂਦਾ ਵੀ ਮੈਂ ਕੁਝ ਕਰ ਰਿਹਾ, ਇਸੇ ਕਰਕੇ ਨੂੰ ਹਉਮੈ ਕਹਿੰਦੇ ਆ ਨਾ। ਇਹ ਵਾਧੂ ਦਾ ਭਾਰ ਆਪਾਂ ਚੁੱਕੀ ਫਿਰਦੇ ਹਾਂ। ਇਹ ਰਿਗਰੈਟ ਹੋ ਗਿਆ, ਆਪਣੇ ਤੇ ਜਿਹੜਾ ਮਾਣ ਹੋ ਗਿਆ, ਆਪਣੇ ਜਾਂ ਪਛਤਾਵਾ ਹੋ ਗਿਆ। ਇਹ ਸਾਰੀਆਂ ਮਨ ਦੀਆਂ ਜਿਹੜੀਆਂ ਹਨ ਵਾਸ਼ਨਾਵਾਂ ਹਨ, ਮਨ ਦੇ ਤਲ ਤੇ ਇਹ ਸਟੇਟ ਆਫ ਮਾਈਂਡ ਦੀਆਂ ਗੱਲਾਂ ਨੇ। ਪਰ ਇਹ ਤੋਂ ਉੱਤੇ ਉੱਠ ਕੇ ਦੇਖੋ, ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਬੰਦਾ ਕੁਝ ਵੀ ਨਹੀਂ ਕਰਦਾ। ਬੰਦਾ ਜਿਹੜਾ ਹੈ ਉਹ ਤਾਂ ਸਿਰਫ ਵਿੱਚ ਜਿਹੜਾ ਹਨ ਚੱਲਦੀ ਹੋਈ ਖੇਡ ਦੇ ਵਿੱਚ ਆਪਣੇ ਆਪ ਨੂੰ ਵਿੱਚ ਪਾ ਕੇ ਕਹਿ ਦਿੰਦਾ ਮੈਂ ਇਹ ਕੀਤਾ ਜੀ, ਮੈਂ ਉਹ ਕੀਤਾ। ਇਹ ਹਾਲ ਹੈ ਜਿਵੇਂ ਕੋਈ ਮੂਵੀ ਚੱਲਦੀ ਹੋਵੇ, ਐਕਟਰ ਐਕਟਿੰਗ ਕਰਦੇ ਹੋਏ, ਕੋਈ ਤੀਜਾ ਬੰਦਾ ਵਿੱਚ ਜਾ ਕੇ ਆਪਣਾ ਹੀ ਵਿੱਚ ਖਲ ਜਾ ਪਾ ਕੇ ਆ ਜਾਵੇ ਤੇ ਕਹਿੰਦੇ ਮੈਂ ਇਹ ਕੀਤਾ ਜੀ, ਮੈਂ ਉਹ ਕੀਤਾ। ਹਾਂਜੀ, ਸੋ ਪਰਮਾਤਮਾ ਦੀ ਖੇਡ ਤਾਂ ਚੱਲ ਰਹੀ ਹੈ, ਉਹ ਤਾਂ ਆਪਣੇ ਆਪ 'ਚ ਸਭ ਕੁਝ ਕਰ ਰਿਹਾ ਹੈ, ਪਰ ਆਪਾਂ ਨੂੰ ਹੀ ਲੱਗਦਾ ਕਿ ਮੈਂ ਕੁਝ ਕਰ ਰਿਹਾ ਹਾਂ। ਸੋ ਇਹ ਨਹੀਂ ਭਾਵਨਾ ਹੋਣੀ ਚਾਹੀਦੀ। ਉਹ ਖੇਡ ਨੂੰ, ਕਰਤੇ ਦਾ ਖੇਡ, ਕਾਦਰ ਦਾ ਖੇਡ, ਉਹਨੂੰ ਦੇਖਣਾ ਚਾਹੀਦਾ ਹੈ। ਸੋ ਇਹੀ ਭਾਈ ਗੁਰਦਾਸ ਨੇ ਆਪਾਂ ਨੂੰ ਇੱਥੇ ਸਮਝਾਇਆ। ਕਹਿੰਦੇ ਦੇਖੋ ਇਹ ਜਿਹੜਾ ਹੈ, ਕਹਿੰਦੇ ਇਹ ਜਿਹੜਾ ਸਭ ਕੁਝ ਹੈ ਦੁਨੀਆ ਤੇ, ਇਹ ਪਰਮਾਤਮਾ ਦਾ ਕੀਤਾ ਕਰਾਇਆ, ਤੇ ਉਹਨੂੰ ਦੇਖਣ ਦੀ ਸ਼ਕਤੀ ਜਿਹੜੀ ਹੈ ਗੁਰੂ ਬਖਸ਼ਦਾ ਹੈ। ਇਹ ਗਿਆਨ ਗੁਰੂ ਸਤ ਸੰਗਤ ਰਾਹੀਂ ਹੀ ਦਿੰਦਾ ਹੈ। ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਵਧੰਦਾ। ਗੁਰਮੁਖ ਸੁਖ ਫਲ ਅਲਖ ਲਖੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ